ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਕਹਾ ਤੁਛ ਪ੍ਰਭ ਬੁੱਧ ਹਮਾਰੀ ਵਰਣਨ ਸਕੈ ਮਹਿਮਾ ਜੋ ਤੁਹਾਰੀ। ਹਮ ਨਾ ਸਖਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਸਭ ਤੇ ਉਤਮ ਹਰਿ ਕੀ ਕਥਾ ਨਾਮ ਸੁਨੰਤ ਦਰਦ ਦੁਖ ਲਥਾ। ਤੁਧ ਆਗੈ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ। ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਲਵਾਓ ਜੀ ਹਾਜ਼ਰੀਆਂ। ਸਤਿਗੁਰਾਂ ਦੀ ਬਖਸ਼ਿਸ਼ ਦੁਹਰਾਓ, ਗੁਰੂ ਫਤਿਹ ਦੀ ਸਾਂਝ ਪਾਓ। ਕੋਈ ਵੀ ਰਸ ਨਾ ਵਾਂਝੀ ਨਾ ਰਵੇ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮਾਤਮਾ ਦੇ ਪੁਰੀ ਪੁਰੀ ਵਿਸ਼ਨਤਾ ਸਾਹਿਬ ਪੁਰਸ਼ਾ ਸ੍ਰੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਨੇ ਅਪਾਰ ਰਹਿਮਤ ਕਿਰਪਾ ਕੀਤੀ ਹੈ। ਸੇਵਾ ਸਿਮਰਨ ਦੇ ਸੁਭਾਗ ਸਮੇਂ ਬਖਸ਼ੇ ਨੇ। ਦਾਤੇ ਦੀ ਕਿਰਪਾ ਦੇ ਨਾਲ ਅੰਮ੍ਰਿਤਮਈ ਬਾਣੀ ਦੇ ਜਾਪ ਹੋ ਰਹੇ ਆ। ਸਤਿਗੁਰਾਂ ਦੇ ਅਗਾਧ ਬੋਧ ਬਚਨਾਂ ਦੀ ਵਿਚਾਰ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ। ਵੱਡਿਆਂ ਕਰਮਾਂ ਵਾਲੇ ਗੁਰਸਿੱਖ ਪਿਆਰੇ ਇਸ ਸਮੇਂ ਦਾ ਲਾਹਾ ਲੈ ਰਹੇ ਨੇ, ਜੋ ਸਭ ਧਨਤਾ ਦੇ ਯੋਗ ਨੇ। ਸੋ ਆਓ ਪ੍ਰੇਮੀਓ, ਜਿੰਨਾ ਕੁ ਸਮਾਂ ਸਤਿਗੁਰ ਬਖਸ਼ਦੇ ਨੇ ਕੋਸ਼ਿਸ਼ ਕਰੀਏ ਆਪੋ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦੀ ਅੰਮ੍ਰਿਤਮਈ ਗੁਰਬਾਣੀ ਨੂੰ ਅੰਦਰੋਂ ਪੜ੍ਹੀਏ, ਅੰਦਰੋਂ ਸੁਣੀਏ, ਅੰਦਰੋਂ ਸੁਣਾਈਏ, ਹਿਰਦੇ ਵਸਾਉਣ ਦਾ ਯਤਨ ਕਰੀਏ। ਲੜੀਵਾਰ ਕਥਾ ਜੋ ਆਪਾਂ ਵਿਚਾਰ ਰਹੇ ਹਾਂ, ਕੱਲ ਜੋ ਵਿਚਾਰਿਆ ਸੀ ਕਿ ਮਹਾਰਾਜ ਕਹਿੰਦੇ ਮੈਂ ਸਤਿਗੁਰਾਂ ਦੇ ਨਾਲ ਮਿਲ ਕਰਕੇ ਇੱਕ ਪ੍ਰਮਾਤਮਾ ਨੂੰ ਹੀ ਪਛਾਣਦਾ, ਇੱਕ ਹੀ ਪਰਮੇਸ਼ਰ ਦੀ ਪਛਾਣ ਹੈ। ਦੁਐਤ ਵਾਲੀ ਕੋਈ ਗੱਲੇ ਨਹੀਂ ਰਹੀ। ਜਦੋਂ ਮਨੁੱਖ ਇੱਕ ਦੇ ਨਾਲ ਜੁੜ ਜਾਂਦਾ ਨਾ ਜੀ, ਤਰੀਕੇ ਨੇ, ਨੁਕਤੇ ਨੇ, ਨਿਸ਼ਾਨੀਆਂ ਹੁੰਦੀਆਂ ਨੇ। ਇੱਕ ਦੇ ਨਾਲ ਜਦੋਂ ਜੁੜ ਜਾਂਦਾ ਨਾ, ਇੱਕ ਦੇ ਨਾਲ ਸਨੇਹ ਪੈ ਜਾਂਦਾ, ਪਿਆਰ ਪੈ ਜਾਂਦਾ, ਫਿਰ ਉਦੋਂ ਦੁਐਤ ਭਾਵਨਾ ਜਿਹੜੀ ਹੈ, ਉਹ ਦੁਐਤ ਵਾਲੀ ਗੱਲ ਅੰਦਰ ਨਹੀਂ ਰਹਿੰਦੀ। ਅੰਤःਕਰਨ ਰੂਪੀ ਕਾਗਜ਼ ਜਿਹੜਾ ਹੈ
ਉਹ ਦਵੈਤ ਦੇ ਸਹਿਤ ਚਿੱਤਰਕਾਰੀ ਕਰਕੇ ਕਾਲਾ ਕਰਨਾ ਨਹੀਂ ਜਾਣਦਾ। ਅੰਦਰ ਕਾਲਖ ਕਿਉਂ ਲੱਗਦੀ ਹੈ? ਜਿੰਨਾ ਟਾਈਮ ਸਾਡੇ ਅੰਦਰ ਦਵੈਤ ਹੈ, ਦਵੈਸ਼ ਭਾਵਨਾ ਹੈ, ਅੰਦਰ ਕਾਲਖ ਜੰਮਦੀ ਜਾਊ। ਦੁਨੀਆ ਦੀ ਕੋਈ ਸਾਇੰਸ ਬੰਦੇ ਦੇ ਅੰਦਰ ਦਾ ਨਕਸ਼ਾ ਨਹੀਂ ਖਿੱਚ ਸਕਦੀ। ਮੇਰੇ ਅੰਦਰ ਕੀ ਹੈ, ਤੁਹਾਡੇ ਅੰਦਰ ਕੀ ਹੈ, ਪਰ ਗੁਰੂ ਜਾਣਦਾ ਹੈ। ਯਤਨ ਹੋਵੇ ਕਿ ਅੰਦਰ ਦੀ ਕਾਲਖ ਵਧੇ ਨਾ ਘਟੇ। ਜੋ ਇੱਕ ਮਾਲਕ ਨੂੰ ਜਾਣ ਲੈਂਦਾ, ਉਹ ਅੰਦਰ ਦੀ ਕਾਲਖ ਨੂੰ ਧੋਣਾ ਸ਼ੁਰੂ ਕਰ ਦਿੰਦਾ, ਹੋਰ ਨਹੀਂ ਜਮਾਏਗਾ ਉਹਨੂੰ। ਅੰਤਹਿਕਰਨ ਦੇ ਵਿੱਚ ਆਪੋ ਆਪਣੇ ਮਨ ਦੀ ਅਵਸਥਾ ਅਸੀਂ ਸਭ ਜਾਣਦੇ ਹਾਂ। ਬਾਹਰ ਦੀ ਇਸ ਕਾਲਖ ਨੇ ਫਿਰ ਅੰਦਰ ਕਿਵੇਂ ਪਹੁੰਚ ਜਾਣਾ ਪਤੀ ਨਹੀਂ ਲੱਗਦਾ। ਪਰ ਗੁਰੂ ਨਾਲ ਜੁੜਨ ਵਾਲਾ ਮਨੁੱਖ ਜਿਹੜਾ ਹੈ, ਉਹ ਅੰਦਰ ਆਪਣਾ ਕਾਲਾ ਕਰਨਾ ਨਹੀਂ ਜਾਣਦਾ। ਭਾਵ ਦਵੈਤ ਵਾਲੀ ਕੋਈ ਵੀ ਗੱਲ ਵਿਚਾਰ ਚੇਤੇ ਕਰਨ ਵਿੱਚ ਉਹ ਇੰਟਰਸਟ ਨਹੀਂ ਲੈਂਦਾ। ਕਹਿੰਦੇ ਮੈਨੂੰ ਤਾਂ ਗੁਰੂ ਸਾਹਿਬ ਜੀ ਨੇ ਇੱਕ ਅਕਾਲ ਪੁਰਖ ਪਰਮੇਸ਼ਰ ਦੇ ਸਿਮਰਨ ਦੀ ਕਾਰ ਵਿੱਚ ਹੀ ਲਾਇਆ। ਅਸਲੀ ਮਾਰਗ ਜਿਹੜਾ ਭਗਤੀ ਮਾਰਗ, ਸੁਰਤ ਦਾ ਮਾਰਗ, ਜੋ ਗੁਰੂ ਬਖਸ਼ਿਸ਼ ਕਰਦਾ ਹੈ। ਗੁਰੂ ਕੇਵਲ ਤੇ ਕੇਵਲ ਇੱਕ ਪਰਮੇਸ਼ਰ ਦੀ ਬੰਦਗੀ ਕਰਨ ਵੱਲ ਪ੍ਰੇਰਿਤ ਕਰਦਾ ਹੈ। ਮਹਾਰਾਜ ਦੇ ਜੋ ਉਪਦੇਸ਼ ਹਨ, ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਇਹ ਉਪਦੇਸ਼ ਹੈ ਮਹਾਰਾਜ ਦੀ ਬਾਣੀ ਦਾ। ਹੁਣ ਅਸੀਂ ਅੰਦਰ ਆਪਣੇ ਝਾਤੀ ਮਾਰ ਲਈ ਵੀ ਅਸੀਂ ਕੀ ਕਰਮ ਕਰਨੇ ਆ, ਸਾਡੇ ਅੰਦਰ ਕੀ ਹੈ। ਉਹ ਕਹਿੰਦੇ ਇੱਕ ਹੀ ਪਰਮਾਤਮਾ ਦੇ ਸਿਮਰਨ ਦੇ ਵਿੱਚ ਗੁਰੂ ਨੇ ਲਾਉਣਾ ਕੀਤਾ। ਜਿਵੇਂ ਉਹਨੂੰ ਭਾਉਂਦਾ ਹੈ ਉਸੇ ਤਰ੍ਹਾਂ ਇਸ ਕਾਰ ਦੇ ਵਿੱਚ ਉਹ ਨਿਭਾਏਗਾ। ਭਾਵ ਉਹਦੀ ਕਿਰਪਾ ਦੇ ਨਾਲ ਹੀ ਮੈਂ ਐਸਾ ਕਰਮ ਕਰ ਸਕਦਾ। ਐ ਰੱਬ ਜੀ, ਜਿਵੇਂ ਆਪ ਜੀ ਨੂੰ ਚੰਗਾ ਲੱਗਦਾ ਉਵੇਂ ਨਿਭਾਉਣਾ ਕਰੋ। ਅਗਲੇ ਬਚਨ ਸਤਿਗੁਰ ਕਹਿੰਦੇ ਆ, ਤੁਸੀਂ ਭੋਗਿਓ ਭੁੰਚਹੁ ਭਾਈ ਹੋ। ਐ ਭਾਈ, ਤੁਸੀਂ ਆਪਣੇ ਆਤਮਿਕ ਆਨੰਦ ਨੂੰ ਆਪ ਭੋਗਣਾ, ਭਾਵ ਭੋਗਿਓ ਮਾਨਣਾ ਕਰੋ, ਤੇ ਹੋਰਨਾਂ ਨੂੰ ਵੀ ਭੁੰਚੋ ਕਹੀਏ ਵਰਤਾਉਣਾ ਕਰੋ। ਐ ਭਰਾਵੋ, ਆਪ ਬ੍ਰਹਮ ਆਨੰਦ ਨੂੰ ਧਾਰਨ ਕਰੋ ਤੇ ਦੂਸਰਿਆਂ ਨੂੰ ਵੀ ਧਾਰਨ ਕਰਵਾਓ। ਆਪ ਸਰਵਣ ਕਰੋ, ਦੂਜਿਆਂ ਨੂੰ ਵੀ ਮੰਨਣ ਕਰਾਓ। ਤੁਸੀਂ ਜੀਵਨ ਮੁਕਤੀ ਦੇ ਆਨੰਦ ਨੂੰ ਆਪ ਮਾਣੋ, ਦੂਜਿਆਂ ਨੂੰ ਵੀ ਸਰੂਪ ਦਾ ਗਿਆਨ ਦੇ ਕੇ ਇਹਦਾ ਆਨੰਦ ਜਿਹੜਾ ਮਾਨਣ ਵਾਸਤੇ ਪ੍ਰੇਰਿਤ ਕਰੋ। ਭਾਵ ਆਪ ਜਪ ਹੈ ਅਬ ਰਹਿ ਨਾਮ ਜਪਾਵੈ। ਐਸੀ ਘਾਟੀ ਬਣ ਜਾਂਦੀ ਹੈ, ਉਹ ਆਪ ਵੀ ਜਪਦਾ ਤੇ ਦੂਜਿਆਂ ਨੂੰ ਵੀ ਜਪਾਉਂਦਾ ਕਿ ਰੱਬ ਰੱਬ ਕਰੋ ਭਾਈ। ਇਹ ਭੋਜਨ ਐਸਾ, ਕਿਉਂਕਿ ਇਹਨੂੰ ਵੰਡਾਂਗੇ ਖਾਵੈ ਖਰਚੈ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਦੋ ਜਾਈ। ਇਹ ਵੱਧਦਾ ਹੈ। ਖੁਦ ਆਨੰਦ ਮਾਣੋ ਉਹਦਾ ਸਿਮਰਨ ਦਾ, ਤੇ ਦੂਜਿਆਂ ਨੂੰ ਵੀ ਆਨੰਦ ਮਾਣਨ ਵਾਸਤੇ ਪ੍ਰੇਰਿਤ ਕਰੋ। ਮਹਾਰਾਜ ਕਹਿੰਦੇ ਆ, ਗੁਰ ਦੀ ਬਾਣ ਕਵਾਏ ਪੈਨਾਈਓ। ਗੁਰੂ ਸਾਹਿਬ ਜੀ ਜੋ ਸਾਰਿਆਂ ਦਾ ਆਸਰਾ ਸਰੂਪ ਹਨ, ਉਹਨਾਂ ਨੇ ਸਾਧ ਸੰਗਤ ਰੂਪ ਦੀਵਾਨ ਕਹੀਏ ਸਭਾ ਦੇ ਆਸਰੇ ਭਗਤੀ ਰੂਪ ਬ੍ਰਹਮ ਗਿਆਨ ਰੂਪੀ ਪੁਸ਼ਾਕ ਜਿਹੜੀ ਹੈ ਪਹਿਨਾਉਣਾ ਕੀਤੀ ਆ। ਇੱਥੇ ਐਸੀ ਪੁਸ਼ਾਕ ਪਹਿਨਾਈ ਜਾਂਦੀ ਹੈ, ਐਸਾ ਪਹਿਰਾਵਾ ਪਹਿਨਾਇਆ ਜਾਂਦਾ ਹੈ। ਗੁਰੂ ਦੀ ਸੰਗਤ ਰੂਪੀ ਦੀਵਾਨ ਚੋਂ, ਆ ਸਭਾ ਚੋਂ ਕਹਿੰਦੇ ਮੈਨੂੰ ਐਸੀ ਗੁਰਤਾ ਗੱਦੀ ਜਸ ਰੂਪੀ ਪੁਸ਼ਾਕ ਪਹਿਨਾਉਣਾ ਮਾਲਕ ਨੇ ਕੀਤੀ ਆ। ਗੁਰਾਂ ਦੀ ਬਾਣੀ ਨਾਮ ਰੂਪੀ ਪੁਸ਼ਾਕ ਪਹਿਨਣਾ ਕੀਤੀ ਹੈ। ਜਿਵੇਂ ਮਹਾਰਾਜ ਦੇ ਬਚਨ ਨੇ,
ਪ੍ਰੇਮ ਪਟੋਲਾ ਤੈ ਸਹਿ ਦਿੱਤਾ, ਢੱਕਣ ਕੂ ਪਤ ਮੇਰੀ। ਇਥੋਂ ਪ੍ਰੇਮ ਦਾ ਪਟੋਲਾ ਮਿਲਣਾ, ਪੁਸ਼ਾਕ। ਜਿਹਨੂੰ ਪ੍ਰੇਮ ਦਾ ਪਟੋਲਾ ਪੁਸ਼ਾਕਾ ਮਿਲ ਜਾਂਦਾ ਪ੍ਰੇਮੀਓ, ਢੱਕਣ ਕੂ ਪਤ ਮੇਰੀ, ਇੱਜ਼ਤ ਢਕੀ ਜਾਂਦੀ ਆ। ਇੱਜ਼ਤ ਕੇਵਲ ਨਾਮ ਨਾਲ ਢਕੀ ਜਾਣੀ। ਉਹਦੇ ਨਾਲ ਅਗਰ ਪਿਆਰ ਬਣਦਾ ਹੈ, ਪਿਆਰ ਬਣਨ ਦੇ ਨਾਲ ਹੀ ਪ੍ਰੇਮ ਪਟੋਲਾ ਮਿਲਦਾ ਹੈ, ਤੇ ਉਹ ਪੁਸ਼ਾਕ ਮਿਲਣੀ ਹੈ, ਤੇ ਇੱਜ਼ਤ ਢਕੀ ਜਾਊਗੀ। ਪ੍ਰਾਨੀ ਏਕੋ ਨਾਮ ਧਿਆਵੋ, ਆਪਣੀ ਪਤ ਛੇਤੀ ਕਰ ਜਾਵੋ। ਗੁਰੂ ਦੇ ਚਰਨਾਂ 'ਚ 6 ਗੱਲਾਂ ਨੇ। ਜਿੱਥੇ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੈ, ਕਿਤੇ ਵੀ ਘਰਾਂ 'ਚ ਵੀ ਨੇ ਕਈ ਪ੍ਰੇਮੀਆਂ ਦੇ, ਪ੍ਰੇਮ ਦੇ ਵਿੱਚ, ਸ਼ਰਧਾ ਦੇ ਵਿੱਚ ਗੁਰੂ ਸਾਹਿਬ ਦੇ ਸਰੂਪ ਰੱਖੇ ਵੇ। ਭਾਵ ਹਰ ਇੱਕ ਜਗ੍ਹਾ ਗੁਰਦੁਆਰਾ ਸਾਹਿਬ ਨਹੀਂ ਜੀ। ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੈ, ਉੱਥੇ ਉਹ ਹਰ ਜਗ੍ਹਾ ਗੁਰਦੁਆਰਾ ਨਹੀਂ ਬਣ ਜਾਂਦੀ। ਇੱਥੇ 6 ਗੱਲਾਂ ਨੇ ਗੁਰੂ ਦੇ ਚਰਨਾਂ 'ਚ। ਹਾਂ, ਗੁਰੂ ਦਾ ਉਪਦੇਸ਼ ਬਣਾਉਣਾ ਸੁਣਾਉਣਾ ਗੱਲ ਵੱਖਰੀ ਆ। ਘਰਾਂ 'ਚ ਵੀ ਆਪਾਂ ਮਹਾਰਾਜ ਦੇ ਸਰੂਪ ਲੈ ਜਾਂਦੇ ਹਾਂ, ਗੁਰਦੁਆਰਾ ਸੋ ਵੀ ਥੋੜ੍ਹੀ ਬਣ ਜਾਂਦਾ ਘਰ ਸਾਡਾ। ਗੁਰੂ ਦੁਆਰਾ, ਗੁਰੂ ਘਰ, 6 ਗੱਲਾਂ। ਇੱਕ ਤਾਂ ਗੁਰੂ ਦੇ ਚਰਨਾਂ 'ਚ ਆਇਆ, ਗੁਰੂ ਦੁਆਰੇ ਆਇਆ, ਤਨ ਦੇ ਭੁੱਖੇ ਨੂੰ ਭੋਜਨ ਮਿਲਦਾ ਹੈ। ਤਨ ਦਾ ਭੁੱਖਾ ਕੋਈ ਹੁੰਦਾ ਹੈ, ਭੋਜਨ ਮਿਲੇਗਾ, ਲੰਗਰ ਪ੍ਰਸ਼ਾਦਾ ਕੇ लिए। ਤਨ ਦੇ ਭੁੱਖੇ ਨੂੰ ਭੋਜਨ ਮਿਲਦਾ ਹੈ, ਤੇ ਮਨ ਦੇ ਭੁੱਖੇ ਨੂੰ ਵੀ ਨਾਮ ਰੂਪੀ ਭੋਜਨ ਮਿਲਦਾ ਹੈ। ਦੂਜਾ, ਤੀਸਰਾ ਭਾਵ ਕਿ ਤਨ ਦੇ ਭੁੱਖੇ ਨੂੰ ਭੋਜਨ ਤੇ ਮਨ ਦੇ ਭੁੱਖੇ ਨੂੰ ਭੋਜਨ ਨਾਮ ਰੂਪੀ। ਤਨ ਦੇ ਨੰਗੇ ਨੂੰ ਕੱਪੜਾ ਮਿਲਦਾ ਹੈ ਗੁਰੂ ਚਰਨਾਂ 'ਚ। ਘਰਾਂ 'ਚ ਇਹ ਚੀਜ਼ਾਂ ਨਹੀਂ ਹੋਣਗੀਆਂ। ਜਿੱਥੇ ਗੁਰੂ ਸਾਹਿਬ ਦਾ ਸਰੂਪ, ਗੁਰਦੁਆਰਾ ਸਾਹਿਬ, ਨਿਸ਼ਾਨ ਸਾਹਿਬ ਝੁਲਦੇ ਆ, ਤਨ ਦੇ ਭੁੱਖੇ ਨੂੰ ਵਸਤਰ ਮਿਲਦੇ ਨੇ, ਤਨ ਦੇ ਨੰਗੇ ਨੂੰ ਵਸਤਰ ਮਿਲਦੇ ਨੇ, ਤੇ ਉੱਥੇ ਫਿਰ ਮਨ ਦੇ ਨੰਗੇ ਨੂੰ, ਭਾਵ ਪ੍ਰੇਮ ਪਟੋਲਾ ਤੈਸੈ ਦਿੱਤਾ, ਢੱਕਣ ਕੂਪਤ ਮੇਰੀ। ਗੁਰੂ ਚਰਨਾਂ 'ਚ ਆਇਆ ਪ੍ਰੇਮੀਓ, ਇੱਜ਼ਤ ਢੱਕਣ ਦਾ ਪ੍ਰੇਮ ਪਟੋਲਾ ਮਿਲਦਾ ਹੈ, ਇੱਜ਼ਤ ਢੱਕਣ ਦਾ। ਤੇ ਪੰਜਵਾਂ ਜਿਹੜਾ ਹੈ, ਤਨ ਦੇ ਰੋਗੀ ਨੂੰ ਦਵਾਈ ਦਾ ਸਾਧਨ ਹੈ। ਕਿਸੇ ਦੀ ਹੈਲਪ ਕਰ ਦੇਣੀ, ਚਲੋ ਕੋਈ ਕਰਨੀ ਨਾ ਕਰਨੀ ਗੱਲ ਵੱਖਰੀ ਹੈ, ਪਰ ਇੱਥੇ 6 ਗੱਲਾਂ ਨੇ। ਤਨ ਦਾ ਕੋਈ ਰੋਗੀ ਹੈ, ਤਨ ਦਾ ਰੋਗੀ, ਸਰੀਰਕ ਤੌਰ ਤੇ ਕੋਈ ਦੁਖੀ ਆ, ਕਰਦੇ ਆ ਕਈ ਜਗ੍ਹਾਵਾਂ ਤੇ ਏਦਾਂ ਹੈਲਪ, ਗੁਰੂ ਚਰਨਾਂ 'ਚ ਇਕੱਠਾ ਕਰਕੇ ਦਸਬੰਧ ਕੱਢ ਕੇ ਕਿਸੇ ਗਰੀਬ ਦੀ, ਬਿਮਾਰ ਦੀ ਸਹਾਇਤਾ ਕੀਤੀ ਜਾਂਦੀ ਆ। ਤਨ ਦੇ ਰੋਗੀ ਨੂੰ ਦਵਾਈ ਮਿਲਦੀ ਆ, ਤੇ ਨਾਲ ਹੀ ਮਨ ਦੇ ਰੋਗੀ ਨੂੰ ਵੀ ਦਵਾਈ ਮਿਲਦੀ ਆ। ਇਹ ਗੁਰੂ ਸਾਹਿਬ ਜੀ ਦਾ ਬਿਰਦ ਹੈ। ਗੁਰੂ ਦੇ ਚਰਨਾਂ ਦੇ ਵਿੱਚ ਇਹ ਕਿਰਪਾ ਹੈ। ਗੁਰ ਦੀਵਾਨ ਕਬਾਏ ਪਹਿਨਾਈਓ, ਇਥੋਂ ਬਾਹਰ ਦੇ ਵਸਤਰ ਹੀ ਨਹੀਂ, ਤਨ ਢੱਕਣ ਨੂੰ, ਇੱਥੇ ਇੱਜ਼ਤ ਢੱਕਣ ਨੂੰ ਵੀ ਪ੍ਰੇਮ ਦਾ ਪਟੋਲਾ ਮਿਲਦਾ ਹੈ, ਪਿਆਰ ਮਿਲਦਾ ਹੈ। ਇਹ ਅਵਸਥਾ ਬਣਦੀ ਆ। ਤੇ ਮਹਾਰਾਜ ਕਹਿੰਦੇ, ਹਉ ਹੋਆ ਮਾਹਰ ਪਿੰਡ ਦਾ, ਬਨ ਆਦੇ 5 ਸਰੀਕ ਜੀਓ। ਕਹਿੰਦੇ ਹੁਣ ਮੈਂ ਆਪਣੇ ਸਰੀਰ ਰੂਪੀ ਪਿੰਡ ਕਹੀਏ, ਨਗਰ ਦਾ ਮਾਹਰ ਕਹੀਏ, ਮੁਖੀ ਹੋ ਗਿਆ। ਆਪ ਸਰੀਰ ਦੇ ਭੇਤ ਪਾਉਣ ਦੀ
ਮਾਹਰ ਕਹੀਏ ਯੋਗਤਾ ਵਾਲਾ ਹੋ ਗਿਆ। ਗੁਰੂ ਸਾਹਿਬ ਜੀ ਨੇ ਮੈਨੂੰ ਐਸਾ ਪਹਿਲਵਾਨ ਬਣਾਇਆ। ਪਹਿਲਵਾਨ ਦੀ ਵਿਚਾਰ ਕਰ ਰਹੇ ਆਪਾਂ। ਗੁਰੂ ਅਰਜਨ ਦੇਵ ਮਹਾਰਾਜ ਨੂੰ ਕਹਿੰਦੇ ਸਨ ਅੰਮ੍ਰਿਤਸਰ ਸਾਹਿਬ ਸੇ, ਕਹਿੰਦੇ ਮਹਾਰਾਜ ਜੀ ਫਲਾਣੀ ਜਗ੍ਹਾ ਸਿੰਝ ਪੈ ਰਹੀ ਆ, ਪਹਿਲਵਾਨ ਆ ਰਹੇ ਨੇ, ਕੁਸ਼ਤੀਆਂ ਹੋਣਗੀਆਂ, ਚਲੋ ਆਪਾਂ ਦੇਖਾਂਗੇ ਅਖਾੜਾ, ਉਹਨਾਂ ਦੀਆਂ ਕੁਸ਼ਤੀਆਂ, ਉਹਨਾਂ ਦਾ ਘੁਲਣਾ। ਗੁਰੂ ਸਾਹਿਬ ਕਹਿੰਦੇ ਠੀਕ ਹੈ, ਪਰ ਸਾਡੇ ਕਿਸੇ ਕੰਮ ਦਾ ਨਹੀਂ, ਉਹ ਬਾਹਰ ਦਾ ਢਾਂਚਾ। ਅਸਲੀ ਪਹਿਲਵਾਨ ਉਹ ਹੈ ਜੋ ਆਪਣੇ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਨੇ ਇਹਨਾਂ ਤੇ ਜਿੱਤ ਪ੍ਰਾਪਤ ਕਰ ਲੈਂਦਾ ਹੈ। ਉਹ ਕਹਿੰਦੇ ਫਿਰ ਐਸੀ ਕਿਰਪਾ ਜਦੋਂ ਗੁਰੂ ਸਾਹਿਬ ਜੀ ਦੀ ਹੁੰਦੀ ਹੈ। ਮੈਂ ਆਪਾਂ ਸਰੀਰ ਰੂਪੀ ਪਿੰਡ ਦਾ ਮਾਹਰ ਹਾਂ, ਮਾਹਰ ਕਹੀਏ ਮੁਖੀ ਹਾਂ। ਮੈਂ ਭੇਦ ਪਾ ਲਿਆ ਇਹਦਾ, ਇਹ ਜ਼ੋਰ ਕਿਵੇਂ ਪਾਉਂਦੇ ਆ ਪੰਜ ਜਿਹੜੇ ਨੇ, ਇਹਨਾਂ ਨੂੰ ਢਾਉਣਾ ਕਿਵੇਂ ਆ। ਮੈਂ ਉਯੋਗਤਾ ਵਾਲਾ ਹੋ ਗਿਆ। ਮੈਨੂੰ ਐਸਾ ਪਹਿਲਵਾਨ ਬਣਾਇਆ ਗੁਰੂ ਨੇ ਜੋ ਸਤ ਸੰਤੋਖ ਦਇਆ ਧਰਮ ਵਿਚਾਰ ਇਹ ਆਦ ਜਿਹੜੇ ਨੇ ਨਾ ਸ਼ਰੀਕਾ ਕਰਨ ਵਾਲੇ ਪੰਜੇ ਬੰਨ ਆਦੇ ਪੰਜ ਸ਼ਰੀਕ ਜੀਓ। ਪੰਜ ਜਿਹੜੇ ਨੇ ਸ਼ਰੀਕਾ ਕਰਨ ਵਾਲੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਸ਼ਰੀਕ ਸਨ। ਉਹਨਾਂ ਨੂੰ ਸਮਦਮ ਆਦ ਸਾਧਨ ਰੂਪ ਰੱਸੇ ਨਾਲ ਬੰਨ੍ਹ ਕੇ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਲਿਆਂਦਾ ਹੈ। ਜਿੱਤ ਲੈਣਾ, ਕੰਟਰੋਲ ਕਰ ਲੈਣਾ ਪਹਿਲਵਾਨੀ। ਇਹ ਜਿਹੜੇ ਸਾਡੇ ਸ਼ੁਭ ਗੁਣ ਨੇ ਨਾ ਜੀ, ਜੋ ਸਤ ਸੰਤੋਖ ਦਇਆ ਧਰਮ ਵਿਚਾਰ, ਇਹ ਸਾਡੇ ਸ਼ੁਭ ਗੁਣ ਨੇ। ਜੇ ਤਾਂ ਪ੍ਰੋਪਰ ਤੌਰ ਤੇ ਪੂਰੇ ਨੇ ਤਾਂ ਸਮਝੋ ਅਸੀਂ ਪਹਿਲਵਾਨ ਆ, ਗੁਰੂ ਦੀ ਕਿਰਪਾ ਹੋ ਗਈ। ਅਗਰ ਇਹ ਗੁਣਾਂ ਦੇ ਵਿੱਚੋਂ ਨਾ ਤਾਂ ਸਾਡੇ ਕੋਲ ਸੱਚ ਹੈ, ਅਸੀਂ ਸੱਚ ਦੇ ਧਾਰਨੀ ਆ, ਨਾ ਸੰਤੋਖੀ ਆ, ਨਾ ਤਰਸ ਕਰਦੇ ਆ ਕਿਸੇ ਤੇ, ਨਾ ਧਰਮੀ ਬਣ ਸਕਦੇ ਆ। ਬਾਹਰ ਦਾ ਪਹਿਰਾਵਾ ਹੋਰ ਹੈ ਧਰਮ ਦਾ। ਧਰਮ ਕਿਸੇ ਦਾ ਬੁਰਾ ਕਰਨਾ ਨਹੀਂ ਸਿਖਾਉਂਦਾ। ਤੇ ਵਿਚਾਰ ਜਿਹੜੀ ਆ ਬੰਦੇ ਦੀ, ਉਹ ਵਿਚਾਰ ਜਿਹੜੀ ਆ ਡਿੱਗ ਜਾਂਦੀ ਆ, ਸਮਾਜਿਕ ਜੀਵਨ ਡਿੱਗ ਜਾਂਦਾ ਹੈ। ਆਚਰਣ ਜਿਹੜਾ ਨਾ ਉੱਚਾ ਸੁੱਚਾ ਉਹ ਖਤਮ ਹੋ ਜਾਂਦਾ ਹੈ। ਇਹ ਜਿਹੜੇ ਨੇ ਸ਼ੁਭ ਗੁਣ, ਇਹਨਾਂ ਤੇ ਆ ਜਿਹੜੇ ਸ਼ਰੀਕਾ ਕਰਦੇ ਆ ਸਾਡੇ ਪੰਜ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਸਿਆਣਿਓ ਦੱਸਣ ਦੀ ਲੋੜ ਨਹੀਂ ਗੀ। ਜਦੋਂ ਸ਼ਰੀਕਾ ਕਰਨਗੇ ਸ਼ਰੀਕ ਬਣ ਜਾਂਦੇ ਨੇ। ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਗੁਰਮੁਖੋ, ਬੰਦਾ ਇਹਨਾਂ ਪੰਜਾਂ ਤੇ ਫਤਿਹ ਹਾਸਲ ਕਰ ਲੈਂਦਾ ਹੈ, ਪ੍ਰਾਪਤ ਕਰ ਲੈਂਦਾ ਹੈ। ਹਉ ਆਇਆ ਸਾਹਮਣੇ ਤਿਹੰਡੀਆਂ, ਸੱਚੇ ਪਾਤਸ਼ਾਹ ਜੀ ਮੈਂ ਤੁਹਾਡੀ ਓਟ ਤੱਕ ਕੇ ਸ਼ਰਨ ਵਿੱਚ ਆਇਆ। ਸ਼ਰਨ ਵਿੱਚ ਆ ਜਾਣਾ, ਗੁਰੂ ਨੂੰ ਆਪਣਾ ਬਣਾ ਲੈਣਾ, ਤਾਂ ਕਿਤੇ ਜਾ ਕੇ ਇਹਨਾਂ ਤੇ ਜਿੱਤ ਹੋਣੀ ਆ। ਨਹੀਂ ਪੰਜ ਕਰਸਾਨ ਮਜੇਰੇ ਮਹੰਡਿਆ, ਬੜਾ ਜ਼ੋਰ ਪਾਉਂਦੇ ਆ ਜੀ। ਬੰਦਾ ਇਹਨਾਂ ਦੇ ਵਸ ਹੋ ਕਰਕੇ ਕਰਮ ਕਰਦਾ ਹੈ, ਫਿਰ ਅੰਤ ਨੂੰ ਪਛਤਾਉਂਦਾ ਹੈ। ਕੋਸ਼ਿਸ਼ ਹੋਵੇ ਗੁਰੂ ਦੀ ਬਾਣੀ ਨੂੰ ਜੀਵਨ ਦਾ ਆਧਾਰ ਬਣਾਈਏ। ਕਹਿੰਦੇ ਜਦੋਂ ਪੰਜੇ ਕਾਮ ਕ੍ਰੋਧ ਆ ਜਿਹੜੇ ਹਨ, ਲੋਭ ਮੋਹ ਹੰਕਾਰ, ਪੰਜੇ ਗਿਆਨ ਇੰਦਰੇ, ਇਹ ਕਿਰਸਾਨ ਕਹੀਏ ਜ਼ਿਮੀਂਦਾਰ, ਮਹੱਡਿਆ ਕਹੀਏ ਮੇਰੇ ਮਝੇਰੇ ਮੁਝਾਰੇ, ਭਾਵ ਖੇਤੀ ਕਰਨ ਵਾਲੇ ਕਾਮੇ ਹੋ ਗਏ ਆ, ਅਰਥਾਤ ਮੇਰੇ ਅਧੀਨ ਹੋ ਗਏ ਨੇ। ਜੈਸੇ ਜ਼ਮੀਨ ਦਾ ਮਾਲਕ ਕਿਸੇ ਕਿਸਾਨ ਨੂੰ ਖੇਤੀ ਕਰਨ ਵਾਸਤੇ ਜ਼ਮੀਨ ਦੇਵੇ ਕਿ ਕਿਸਾਨ ਮੈਨੂੰ ਕਮਾਈ ਕਰਕੇ ਨਫਾ ਕਰਾ ਦੇਵੇਗਾ, ਹਾਲੀ ਪਾਲੀ ਰੱਖਣਾ, ਸੀਰੀ ਰੱਖਣਾ, ਪਰ ਇਸ ਤੋਂ ਉਲਟ ਲਾਭ ਦੇਣ ਦੀ ਬਜਾਏ ਉਹ ਮਜੇਰੇ ਕਹੀਏ ਜੀ, ਮਜੇਰੇ ਕਿਸੇ ਮਾਲਕ ਦੀ ਜ਼ਮੀਨ ਲੈ ਕੇ ਵਾਹੁਣ ਵਾਲੇ ਨੂੰ ਮਜੇਰੇ ਕਹਿੰਦੇ ਨੇ। ਜਿਵੇਂ ਆਪਾਂ ਸੀਰੀ ਕਹਿ ਦਿੰਦੇ ਆ, ਜਾਂ ਫਿਰ ਕੋਈ ਠੇਕੇ ਤੇ ਲੈ ਲੈਂਦਾ, ਗੱਲ ਵੱਖਰੀ ਆ। ਮਾਲਕ ਕੋਈ ਹੋਰ ਹੁੰਦਾ, ਜ਼ਮੀਨ ਵਾਹੁਣ ਵਾਲਾ ਕੋਈ ਹੋਰ ਹੁੰਦਾ। ਉਹ ਕਹਿੰਦੇ ਮੁਝਾਰਾ ਕਿਸਾਨ
ਜ਼ਮੀਨ ਦਾ ਮਾਲਕ ਹੀ ਬਣ ਬੈਠੇ। ਆਪਾਂ ਤਾਂ ਵੈਸੇ ਹੀ ਦਈਏ ਵੀ ਚੱਲ ਤੂੰ ਸਾਂਭ ਲੈ, ਜਿਹੜਾ ਥੋੜਾ ਬਹੁਤਾ ਨਫਾ ਹੋਏਗਾ ਮੈਨੂੰ ਦੇ ਦੇਣਾ, ਕੁਛ ਤੂੰ ਆਪਦਾ ਗੁਜ਼ਾਰਾ ਕਰ ਲਈ, ਕੁਛ ਮੈਨੂੰ ਦੇ ਦੀ। ਤੇ ਉਹ ਮਝੇਰਾ ਸੀਰੀ ਜਿਹੜਾ ਆਪ ਹੀ ਮਾਲਕ ਬਣ ਬਹਿ ਜਾਏ, ਨਫਾ ਦੇਣ ਦੀ ਬਜਾਏ। ਐਸਾ ਕਹਿ ਕੇ ਜ਼ਮੀਨ ਮੇਰੀ ਹੈ। ਫਿਰ ਜ਼ਮੀਂਦਾਰ ਸਰਕਾਰੀ ਸ਼ਕਤੀ ਨਾਲ ਉਹਨਾਂ ਮੁਜਾਰਿਆਂ ਤੋਂ ਕਬਜ਼ਾ ਛੁਡਾ ਕੇ ਆਪ ਮਾਲਕ ਬਣਦਾ ਹੈ ਅਤੇ ਦੁਬਾਰਾ ਉਹਨਾਂ ਨੂੰ ਐਸਾ ਅਹਿਸਾਸ ਕਰਵਾ ਦਿੰਦਾ ਕਿ ਤੁਸੀਂ ਮਾਲਕ ਨਹੀਂ ਬਲਕਿ ਮੇਰੇ ਕਾਮੇ ਹੋ। ਕਈ ਵਾਰ ਬੰਦਾ ਧੱਕੇ ਦੇ ਨਾਲ ਕਬਜ਼ਾ ਕਰ ਲੈਂਦਾ ਨਾ ਜੀ, ਐਸੀਆਂ ਗੱਲਾਂ ਹੁੰਦੀਆਂ ਨੇ ਸੰਸਾਰ ਦੇ ਵਿੱਚ। ਬੰਦਾ ਤਾਂ ਵੀਰ ਭਾਈ ਨਾਲ ਛੱਡ ਦਿੰਦਾ ਵੀ ਚਲੋ ਕੋਈ ਨਾ ਗੁਜ਼ਾਰਾ ਹੋ ਜਾਏਗਾ, ਪਰ ਸਮਾਂ ਬਦਲ ਜਾਂਦਾ ਹੈ, ਬੰਦਾ ਬਦਲ ਜਾਂਦਾ ਵੀ ਆਪਾਂ ਨੇ ਹੁਣ ਕਿਆ ਲੈਣਾ, ਧੱਕੇ ਨਾਲ ਫਿਰ ਕਬਜ਼ਾ ਕਰਦਾ। ਫਿਰ ਉਹਨਾਂ ਨੂੰ ਦੁਬਾਰਾ ਸ਼ਕਤੀ ਦੇ ਨਾਲ, ਸਰਕਾਰੀ ਸ਼ਕਤੀ ਨਾਲ ਅਹਿਸਾਸ ਕਰਾਇਆ ਜਾਂਦਾ ਕਿ ਇਹ ਤੇ ਹੱਕ ਮੇਰਾ ਹੈ। ਇਸੇ ਤਰ੍ਹਾਂ ਤਰੀਬ ਭਾਵ ਦੇ ਵਿੱਚ ਪੰਜੇ ਕਾਮ ਕ੍ਰੋਧ ਜਿਹੜੇ ਨੇ, ਜੋ ਅਗਿਆਨ ਕਰਕੇ ਲਾਭਦਾਇਕ ਮੰਨੇ ਸੀ, ਆਪਣੇ ਅੰਤੀਕਰਨ ਦੀ ਸ਼ਕਤੀ ਭਾਵ ਜੋ ਧਰਤੀ ਹੈ ਇਹਨਾਂ ਹਵਾਲੇ ਕੀਤੀ ਸੀ। ਪਰ ਜਦੋਂ ਪਤਾ ਚੱਲਿਆ ਕਿ ਇਹਨਾਂ ਤੋਂ ਲਾਭ ਤਾਂ ਕੋਈ ਵੀ ਨਹੀਂ, ਕੇਵਲ ਨੁਕਸਾਨ ਹੀ ਹੈ, ਫਿਰ ਸੱਚੀ ਸਰਕਾਰ ਗੁਰੂ ਸਾਹਿਬ ਜੀ ਦੇ ਆਸਰੇ ਇਹ ਜਿਹੜੇ ਪੰਜੇ ਨੇ, ਜੋ ਮਜੇਰੇ ਦਾਸ ਹਨ, ਉਹ ਜੀਵ ਆਤਮਾ ਨੂੰ ਟੇਢੇ ਪਾਸੇ ਲਈ ਰੱਖਦੇ ਸਨ। ਪਰ ਗੁਰੂ ਸਾਹਿਬ ਜੀ ਜਦੋਂ ਕਿਰਪਾ ਕੀਤੀ ਨਾ ਮਹਾਰਾਜ ਨੇ, ਇਹ ਫਿਰ ਜਿਹੜੇ ਪੰਜੇ ਜਿਹੜੇ ਨੇ ਇਹਨਾਂ ਨੂੰ ਅੰਤਹਿਕਰਨ ਰੂਪੀ ਧਰਤੀ ਦੇ ਮਾਲਕ ਜਿਹੜੇ ਬੈਠੇ ਸਨ ਬਣ ਕਰਕੇ ਉਹ ਅਧੀਨ ਕਰ ਦਿੱਤੇ, ਭਾਵ ਗੋਲੇ ਬਣਾ ਦਿੱਤੇ। ਹੁਣ ਆਪ ਜੀ ਦੀ ਐਸੀ ਦਿਆਲਤਾ ਹੋਈ ਕਿ ਜਿਹੜਾ ਕਾਮ ਅੱਗੇ ਗੰਦੀ ਵਾਸਨਾ ਫੈਲਾਉਂਦਾ ਸੀ, ਉਹ ਹੁਣ ਸੁਧ ਕਾਮ ਇੱਛਾਵਾਂ ਪਰਮਾਤਮਾ ਨੂੰ ਮਿਲਣ ਵਾਲੀ ਕਾਮਨਾ ਦਾ ਰੂਪ ਹੋ ਗਿਆ। ਇਸ ਕ੍ਰੋਧ ਦੀ ਵਿਰਤੀ ਤੀਖਣ ਸੀ। ਹੁਣ ਉਹ ਉਦੋਂ ਆਉਂਦਾ ਜਦੋਂ ਕਿਤੇ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਆਲਸ ਆਉਂਦੀ ਹੈ। ਮੋਹ ਪਹਿਲਾਂ ਸੰਸਾਰ ਅਤੇ ਸਰੀਰ ਦਾ ਸੀਗਾ, ਹੁਣ ਕੇਵਲ ਵਾਹਿਗੁਰੂ ਦੇ ਮਿਲਣ ਦਾ ਮੋਹ ਆਉਂਦਾ ਹੈ। ਜਿਹੜਾ ਲੋਭ ਪਹਿਲਾਂ ਪਦਾਰਥਾਂ ਦਾ ਸੀਗਾ, ਹੁਣ ਉਹ ਸਤਸੰਗਤ ਅਤੇ ਮੁਕਤ ਹੋਣ ਦਾ ਹੀ ਆ। ਅੱਗੇ ਹੰਕਾਰ ਦੇਹ ਦਾ ਸੀਗਾ ਕਿ ਜੋ ਕੁਝ ਵੀ ਹਾਂ ਮੈਂ ਹੀ ਹਾਂ, ਐਸਾ ਸੀ। ਪਰ ਹੁਣ ਅਸੀਂ ਕੁਝ ਨਹੀਂ ਹਾਂ, ਜੋ ਕੁਝ ਵੀ ਹੈ ਉਹ ਵਾਹਿਗੁਰੂ ਪ੍ਰਮਾਤਮਾ ਆਪ ਹੀ ਹੈ। ਮਹਾਰਾਜ ਜੀ ਆਪ ਜੀ ਨੇ ਜੋ ਇਹ ਕਿਰਸਾਨ ਮਾਲਕ ਬਣੀ ਬੈਠੇ ਸਨ, ਉਹਨਾਂ ਦਾ ਸ਼ੁੱਧ ਰੂਪ ਬਣਾ ਕੇ ਸਾਡੇ ਮਝੇਰਿਆਂ ਦਾ ਦਾਸ ਬਣਾਉਣੇ ਕੀਤੇ ਹਨ। ਭਾਵ ਕਿ ਸ਼ਕਤੀ ਮਿਲ ਜਾਂਦੀ ਆ ਬੰਦੇ ਨੂੰ, ਵਰਤਣੀ ਕਿਸੇ ਕਿਸੇ ਨੂੰ ਆਉਂਦੀ ਆ, ਯੂਜ ਕਿਵੇਂ ਕਰਨਾ। ਸਿੱਧਾ ਪੰਜਾਬੀ 'ਚ ਸਮਝ ਆਦੇ ਸਾਨੂੰ, ਹੱਥ ਦੇ ਵਿੱਚ ਆਪਣੇ 500 ਦਾ ਜਾਂ 1000 ਦਾ 2000 ਦਾ ਨੋਟ ਹੋਵੇ, ਹੁਣ ਉਹਦੀ ਵਰਤੋਂ ਕਿਵੇਂ ਕਰਨੀ ਹੈ ਆਪਾਂ ਖੁਦ ਵੇਖਣਾ। ਉਹਦਾ ਕੋਈ ਨਸ਼ਾ ਖਰੀਦਣਾ ਹੈ ਜਾਂ ਕੋਈ ਤਾਕਤ ਵਾਲੀ ਚੀਜ਼ ਖਰੀਦਣੀ ਹੈ, ਉਹਨੂੰ ਧਰਮ ਦੇ ਕਰਮ ਤੇ ਲਾਉਣਾ ਹੈ ਜਾਂ ਕਿਸੇ ਮੰਦੇ ਕਰਮਾਂ ਤੇ ਲਾਉਣਾ, ਉਹ ਆਪ ਦੇਖਣਾ। ਭਾਵ ਉਹਦੀ ਵਰਤੋਂ ਸਹੀ ਹੋਵੇ। ਵਰਤੋਂ ਜਦੋਂ ਵਰਤੋਂ ਸਹੀ ਹੋਏਗੀ, ਉਹਨੇ ਫਿਰ ਆਸਰ ਵੀ ਸ਼ੁੱਧ ਦੇਣਾ ਹੈ। ਮਹਾਰਾਜ ਕਹਿੰਦੇ ਕੰਨ ਕੋਈ ਕੱਢ ਨਾ ਹੰਗਈ, ਨਾਨਕ ਬੂਠਾ ਘੁੱਗ ਗਿਰਾਓ ਜੀਓ। ਪੰਜੇ ਕਾਮ ਕ੍ਰੋਧ ਲੋਭ ਹੰਕਾਰ ਜਿਹੜੇ ਨੇ, ਭਾਵ ਪੰਜੇ ਗਿਆਨ ਇੰਦਰੇ, ਰੂਪ ਕਿਰਸਾਨ, ਹੋਰ ਕੋਈ ਵੀ ਮੰਦ ਕਿਰਿਆ ਕਰਨ ਵਾਲਾ ਰੂਪ ਕੰਠ ਕੀਏ ਮੋਢਾ ਨਹੀਂ ਕੱਢ ਸਕਦੇ, ਭਾਵ ਸਿਰ ਨਹੀਂ ਉੱਚਾ ਚੁੱਕ ਸਕਦੇ। ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਇਹ ਪ੍ਰਮਾਤਮਾ ਜੀ ਆਪ ਜੀ ਦੀ ਕਿਰਪਾ ਸਦਕਾ ਇਹ ਸਰੂਰ ਰੂਪੀ ਨਗਰ ਸਾਧ ਸੰਗਤ ਦੇ ਆਸਰੇ ਦੇਵੀ ਸੰਪਦਾ ਰੂਪੀ ਆਬਾਦੀ ਨਾਲ ਸੰਘਣਾ ਹੋ ਕੇ, ਭਾਵ ਕੇ ਫੱਬ ਕੇ ਵਸ ਗਿਆ। ਪਹਿਲਾਂ ਕਾਮ ਕ੍ਰੋਧ ਲੋਭ ਹੰਕਾਰ ਦੇ ਵਿੱਚ ਉਜਾੜਾ ਪਾਈ ਬੈਠਾ ਸੀਗਾ। ਇਹ ਅੰਦਰ ਬੰਦਾ ਕਾਮ 'ਚ, ਕ੍ਰੋਧ 'ਚ, ਲੋਭ 'ਚ, ਮੋਹ 'ਚ, ਹੰਕਾਰ 'ਚ ਅੰਨਾ ਹੋਇਆ ਰਹਿੰਦਾ ਹੈ, ਉਜਾੜਾ ਪਾਉਂਦਾ ਰਹਿੰਦਾ ਹੈ। ਤੇ ਜਦੋਂ ਉਹਦੀ ਕਿਰਪਾ ਹੋ ਜਾਂਦੀ ਹੈ ਗੁਰਮੁਖੋ, ਉਹ ਫਿਰ ਅੰਦਰੇ ਵਸਦਾ ਸ਼ਹਿਰ ਨਗਰ ਬਣ ਜਾਂਦਾ ਹੈ।
ਕੋਸ਼ਿਸ਼ ਕਰੀਏ ਦੇਵੀ ਸੰਪਦਾ ਬਣੇ ਅੰਦਰ ਸਾਡੇ। ਰਾਖਸ਼ ਬੁੱਧੀ ਜਿਹੜੀ ਹੈ, ਪੰਜੇ ਵਿਕਾਰਾਂ ਦੀ ਬੁੱਧੀ ਜਿਹੜੀ ਹੈ ਉਹ ਖਤਮ ਹੋ ਜਾਏ। ਆਓ ਜੀ ਭੁੱਲਾਂ ਤੋਂ ਖਿਮਾ। 2